ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਜੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅੱਜ ਅਸੀਂ ਨਡਾਲੇ ਦੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਵਿੱਚ ਪਹੁੰਚੇ ਹਾਂ। ਢਿਲਵਾਂ ਰੋਡ ਦੇ ਉੱਤੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਹੈ। ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਕਿ ਇਸ ਸਰਕਾਰੀ ਹਸਪਤਾਲ ਦੀ ਕਿੰਨੀ ਮਾੜੀ ਹਾਲਤ ਸੀਗੀ। ਹੁਣ ਇਹ ਤੰਦਰੁਸਤ ਪੰਜਾਬ ਸਿਹਤ ਕੇਂਦਰ ਨੂੰ ਤੰਦਰੁਸਤ ਕਰਨ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ, ਸੰਧਲੀ ਲੇਡੀਜ਼ ਕਲੱਬ ਨਡਾਲਾ ਵੱਲੋਂ ਚਲਾਈ ਗਈ ਹੈ। ਅੱਜ ਅਸੀਂ ਜਾਵਾਂਗੇ, ਤੁਹਾਨੂੰ ਉਸ ਸ਼ਖਸੀਅਤ ਨਾਲ ਵੀ ਮਿਲਾਵਾਂਗੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਉਹਨਾਂ ਨੇ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੇ ਵਿੱਚ ਜਿਹੜਾ ਸੀਗਾ ਉਹ ਉਪਰਾਲਾ ਕੀਤਾ ਤੇ ਕਿਵੇਂ ਉਹਨਾਂ ਦੇ ਨਾਲ ਟੀਮ ਇਕੱਠੀ ਹੋਈ ਤੇ ਕਿਵੇਂ ਉਹਨਾਂ ਨੂੰ ਸਹਿਯੋਗ ਮਿਲਦਾ ਗਿਆ ਇਸ ਚੀਜ਼ ਦੇ ਵਿੱਚ। ਆਓ ਆਪਾਂ ਚੱਲਦੇ ਹਾਂ ਜੀ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੇ ਅੰਦਰ, ਤੁਹਾਨੂੰ ਨਾਲੇ ਅੰਦਰ ਦਾ ਦ੍ਰਿਸ਼ ਦਿਖਾਉਂਦੇ ਹਾਂ, ਨਾਲੇ ਸੰਧਲੀ ਲੇਡੀ ਕਲੱਬ ਅਤੇ ਫੁਲਵਾੜੀ ਸੇਵਾਦਾਰਾਂ ਦੇ ਮੈਂਬਰਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ ਜੀ। ਆਓ ਚੱਲੀਏ। ਹਾਂਜੀ ਦੋਸਤੋ, ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਨਡਾਲੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਹਾਂ ਤੇ ਅੱਜ ਨਡਾਲੇ ਦੇ ਸਰਕਾਰੀ ਹਸਪਤਾਲ ਤੋਂ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਇੱਥੋਂ ਦੇ ਦ੍ਰਿਸ਼ ਦਿਖਾਏ ਹੈਗੇ ਕਿ ਕਿਵੇਂ ਇੱਥੇ ਪਹਿਲਾਂ ਗੰਦਗੀ ਸੀਗੀ, ਖਲਾਰਾ ਸੀਗਾ ਤੇ ਇੱਕ ਸੰਧਲੀ ਲੇਡੀਜ਼ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹ ਕਿਵੇਂ ਇਸ ਦੀ ਹਾਲਾਤ ਨੂੰ ਬਦਲਿਆ ਗਿਆ। ਤੰਦਰੁਸਤ ਸਿਹਤ ਕੇਂਦਰ ਨੂੰ ਜਿਹੜਾ ਹੁਣ ਤੰਦਰੁਸਤ ਬਣਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ, ਆਪਾਂ ਉਸ ਦੇ ਰਿਗਾਰਡਿੰਗ ਆਪਾਂ ਸੰਧਲੀ ਲੇਡੀਜ਼ ਨਾਲ ਵੀ ਮਿਲਾਂਗੇ ਤੇ ਸਾਡੇ ਨਾਲ ਮੌਜੂਦ ਨੇ ਮੈਡਮ ਸਵਰਨ ਕੌਰ ਜੀ, ਜਿਨ੍ਹਾਂ ਨਾਲ ਅਸੀਂ ਪੁੱਛਾਂਗੇ ਕਿ ਉਹਨਾਂ ਦਾ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ, ਕਿਵੇਂ ਉਹਨਾਂ ਦਾ ਵਿਚਾਰ ਬਣਿਆ ਕਿ ਇੱਕ ਇੱਦਾਂ ਦਾ ਕਲੱਬ ਬਣਾਇਆ ਜਾਵੇ ਜਿਹੜਾ ਲੋਕ ਭਲਾਈ ਦੇ ਕਾਰਜ ਕਰਨ। ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਇੱਕ ਵਿਦਿਅਕ ਅਦਾਰੇ ਨਾਲ ਜੁੜੇ ਆ ਤੇ ਬੱਚਿਆਂ ਨੂੰ ਸਿੱਖਿਆਵਾਂ ਦਿੰਦੇ ਰਹੇ ਆ। ਤੁਹਾਡੇ ਸਕੂਲ ਤੋਂ ਕਾਫੀ ਬੱਚੇ ਪੜ੍ਹ ਕੇ ਅਲੱਗ-ਅਲੱਗ ਨੌਕਰੀਆਂ ਤੇ ਦੇਸ਼ ਵਿਦੇਸ਼ ਦੇ ਵਿੱਚ ਨਾਂ ਰੋਸ਼ਨ ਕੀਤਾ ਪਿੰਡ ਦਾ ਉਹਨਾਂ ਨੇ। ਤੇ ਇਸ ਉਮਰ ਦੇ ਵਿੱਚ ਤੁਸੀਂ ਕਿਵੇਂ ਇਹ ਵਿਚਾਰ ਬਣਿਆ ਕਿ ਕੋਈ ਅਕਸਰ ਆਪਾਂ ਦੇਖਦੇ ਹੈਗੇ ਕਿ ਔਰਤਾਂ ਨੂੰ ਚਾਰ ਦੀਵਾਰੀ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਔਰਤਾਂ ਘਰ ਤੋਂ ਬਾਹਰ ਨਿਕਲ ਕੇ ਕਦੇ ਨੌਕਰੀ ਤਾਂ ਬੜੀ ਦੂਰ ਦੀ ਗੱਲ ਆ, ਹੈ ਨਾ, ਸੇਵਾ ਆਪਾਂ ਕਿਵੇਂ ਕਰਾ ਸਕਦੇ ਹਾਂ। ਹੁਣ ਕਮਾਲ ਦੀ ਗੱਲ ਇਹ ਹੈਗੀ ਕਿ ਤੁਸੀਂ ਬੀਬੀਆਂ ਨੂੰ ਨਾਲ ਲਿਆ ਹੋਇਆ, ਔਰਤਾਂ ਨੂੰ ਨਾਲ ਲਿਆ ਹੋਇਆ ਜਿਹੜੀਆਂ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ। ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ? ਇਹਨੂੰ ਪਰਮਾਤਮਾ ਦੀ ਮੌਜ ਹੀ ਵੈਸੇ ਤੇ ਕਹਿਣਾ ਚਾਹੀਦਾ। ਉਹ ਜਿਹੜਾ ਕਹਿੰਦੇ ਹੁਕਮੇ ਅੰਦਰ ਸਭ ਕੋਈ, ਉਹਦਾ ਹੁਕਮ ਹੀ ਹੋਇਆ ਹੋਏਗਾ ਕਿ 40-42 ਸਾਲ ਸਕੂਲ ਚਲਾਉਂਦਿਆਂ ਭਾਵੇਂ ਕਿ ਜੋ ਕੁਝ ਹੁਣ ਅਸੀਂ ਕਰ ਰਹੇ ਹਾਂ, ਕਹਿ ਰਹੇ ਹਾਂ, ਇਹ ਸਾਰਾ ਕੁਝ ਬੱਚਿਆਂ ਥਰੂ ਕਰਵਾਇਆ। ਇਹ ਉਹਨਾਂ ਦੀ ਪੜ੍ਹਾਈ ਦਾ ਇੱਕ ਬਹੁਤ ਵੱਡਾ ਹਿੱਸਾ ਸੀ। ਜਿੱਦਣ ਮੈਂ ਅਸੈਂਬਲੀ ਕਰਦੀ ਸੀ, ਅੱਧਾ ਪੌਣਾ ਘੰਟਾ ਇਸੇ 'ਤੇ ਲਾਉਂਦੀ ਸੀ। ਸੋ ਉਹ ਉੱਧਰੋਂ ਸੇਵਾ ਜਿਉਂ ਹੁਣ ਏਜ ਫੈਕਟਰ ਘਟੀ ਤੇ ਫਿਰ ਪਰਮਾਤਮਾ ਦਾ ਹੀ ਇਸ਼ਾਰਾ ਕਹਿਣਾ ਚਾਹੀਦਾ। ਮੈਨੂੰ ਤਾਂ ਐਂ ਲੱਗਦਾ ਕੋਈ ਬਹੁਤ ਵੱਡੀ ਇਹਦੇ 'ਚ ਸੋਚ ਵਿਚਾਰ ਨਹੀਂ ਕੀਤੀ, ਪਲੈਨਿੰਗ ਨਹੀਂ ਕੀਤੀ। ਉਹ ਬੈਠਿਆਂ ਜਿਵੇਂ ਖਿਆਲ ਆ ਜਾਂਦਾ, ਇਸ ਤਰ੍ਹਾਂ ਹੀ ਆਇਆ ਕਿ ਆਪਾਂ ਕੁਝ ਕਰੀਏ, ਹੈ ਨਾ। ਸਾਨੂੰ ਵੀ ਪਰਮਾਤਮਾ ਨੇ ਐਸ ਜਿਹੜਾ ਸਭ ਤੋਂ ਸੁਪਰੀਮ ਜਨਮ ਦਿੱਤਾ ਹੈ ਮਨੁੱਖਤਾ ਦਾ, ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ। ਤੇ ਬਸ ਫਿਰ ਉਹਨੇ ਲਾਤੀ ਸੇਵਾ। ਇਹ ਬਹੁਤ ਵਧੀਆ ਜੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਹਾਡਾ ਮਨ 'ਚ ਵਿਚਾਰ ਆਇਆ ਇੱਕਦਮ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਤੁਸੀਂ ਕਿੱਥੋਂ ਸ਼ੁਰੂ ਕੀਤੀ ਵੀ ਆਪਾਂ ਇਸ ਚੀਜ਼ ਨੂੰ ਪਹਿਲਾਂ ਸਭ ਤੋਂ ਵਧੀਆ ਸਵਾਰਨਾ ਚਾਹੀਦਾ ਹੈ? ਉਹ ਕਿਹੜੀ ਸਥਾਨ ਸੀ ਜਿੱਥੋਂ ਤੁਸੀਂ ਇਹ ਸ਼ੁਰੂਆਤ ਕੀਤੀ ਸੰਧਲੀ ਲੇਡੀਜ਼ ਕਲੱਬ ਦੀ? ਉਹ ਇਸ ਤਰ੍ਹਾਂ ਹੋਇਆ ਕਿ 2-3 ਗੱਲਾਂ ਬਣਦੀਆਂ ਨੇ। ਸਕੂਲ ਵਿੱਚ ਸ਼ੁਭ ਕਰਮਨ ਵੱਲੋਂ ਕੈਂਪ ਲੱਗਦੇ ਤਾਂ ਅਸੀਂ ਬਿਮਾਰ ਲੋਕਾਂ ਨੂੰ, ਲਾਚਾਰ ਲੋਕਾਂ ਨੂੰ ਦੇਖਦੇ ਰਹੇ ਹਾਂ। ਇੱਕ ਤਾਂ ਇਹ ਸੀ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕੀਤੀ ਜਾਵੇ। ਖਾਸ ਤੌਰ 'ਤੇ ਔਰਤਾਂ ਜਿਹੜੀਆਂ ਨੇ ਉਹ ਬੜੀਆਂ ਗੱਲਾਂ ਕਰਕੇ ਰਹਿ ਜਾਂਦੀਆਂ ਨੇ, ਸਹਿ ਜਾਂਦੀਆਂ ਨੇ, ਆਪਣੀਆਂ ਦੁੱਖ ਤਕਲੀਫਾਂ ਦੱਸਦੀਆਂ ਵੀ ਨਹੀਂ। ਸਾਧਨ ਨਹੀਂ, ਬੰਦੇ ਤੇ ਸਕੂਟਰ ਚਲਾ ਲੈਂਦੇ, ਕਾਰਾਂ ਚਲਾ ਲੈਂਦੇ, ਜੇਬ 'ਚ ਪੈਸੇ ਨੇ, ਉਹ ਡਿਪੈਂਡ ਕਰਦੀਆਂ ਨੇ। ਜਦੋਂ ਕੈਂਪ ਲੱਗਦਾ ਸੀ ਉਦੋਂ ਇਹ ਬੜਾ ਮਹਿਸੂਸ ਹੁੰਦਾ ਸੀ। ਦੂਸਰਾ ਕਾਰਨ ਇਹ ਬਣਿਆ ਕਿ ਸਾਡੇ ਮੁਹੱਲੇ 'ਚ ਲਾਗੇ ਚਾਗੇ ਹੀ 3-4 ਮੌਤਾਂ ਇਕੱਠੀਆਂ ਹੋਈਆਂ ਅੱਗੜ ਪਿੱਛੜ। ਅਸੀਂ ਸੰਸਕਾਰ 'ਤੇ ਜਾਂਦੇ ਰਹੇ ਤੇ ਜਦੋਂ ਜਾ ਕੇ ਬੈਠੀ ਦਾ ਸੀ ਤੇ ਪੈਰ ਨਹੀਂ ਸੀ ਦੇਖਦੇ, ਇੰਨੀ ਧੁੱਦਲ ਸੀ, ਇੰਨੀ ਬਰੀਕ ਮਿੱਟੀ ਸੀ ਪਾਊਡਰ ਵਰਗੀ। ਤੇ ਉੱਥੇ ਅਸੀਂ ਇਹ ਸੋਚਿਆ ਵੀ ਇੱਥੇ ਸੇਵਾ ਕਰੀਏ। ਉੱਥੋਂ ਸ਼ੁਰੂ ਹੋ ਗਿਆ ਬਸ। ਉਹ ਇੱਕ ਮੋਮੈਂਟ ਸੀ, ਇੱਕ ਪਲ ਸੀ ਜਿਹਨੇ ਫੈਸਲਾ ਕਰਾਤਾ ਕਿ ਇੱਥੇ ਕਰੀਏ। ਤੇ ਜਿੰਨੀਆਂ ਅਸੀਂ ਬੈਠੀਆਂ ਸੀ 4-5-6 ਜਣੀਆਂ, ਅਸੀਂ ਕਿਹਾ ਚਲੋ ਕਰੀਏ। ਉਦੋਂ ਪਹਿਲਾਂ ਸਾਡੀਆਂ ਵੈਸੇ 1-2 ਮੀਟਿੰਗਾਂ ਹੋ ਚੁੱਕੀਆਂ ਸੀ ਕਲੱਬ ਦੀਆਂ। ਤੇ ਅਸੀਂ ਕਲੱਬ ਦਾ ਮੇਨ ਪਰਪਸ ਜਿਹੜਾ ਲੈ ਕੇ ਚੱਲੇ ਸੀ ਉਹ ਅਵੇਕਨਿੰਗ ਸੀ ਸਿਰਫ ਔਰਤਾਂ ਲਈ। ਕਿਉਂਕਿ ਅਸੀਂ ਸੋਚਿਆ ਅਸੀਂ ਆਪਣੇ ਜੈਂਡਰ ਲਈ ਕੰਮ ਕਰਨਾ। ਆਦਮੀ ਸਾਰੇ ਕਾਰੋਬਾਰ ਕਰਦੇ ਨੇ, ਕਹਿ ਲਓ 80-90% ਦੁਨੀਆ ਦੇ ਵੱਡੇ ਔਖੇ ਭਾਰੇ ਸਾਰੇ ਕੰਮ ਕਰਦੇ ਨੇ। ਔਰਤਾਂ ਜਿਹੜੀਆਂ ਨੇ ਉਹਨਾਂ ਦਾ ਰੋਲ ਵੀ ਹੈਗਾ, ਬਟ ਉਹ ਚਾਰ ਦੀਵਾਰੀ 'ਚ ਹੀ ਦਫਨ ਹੋ ਜਾਂਦੀਆਂ ਨੇ। ਉਹ ਹੋਰਨਾਂ ਦੀ ਮਦਦ ਕਰਨ ਦੀ ਬਜਾਏ ਬਹੁਤੀ ਲੋੜ ਤਾਂ ਹੁੰਦੀ ਉਹਨਾਂ ਦੀ ਸੋਚ ਬਦਲਣ ਦੀ ਕਿ ਪਹਿਲਾਂ ਤਾਂ ਉਹ ਆਪਣੀ ਰਿਸਪੈਕਟ ਹੀ ਨਹੀਂ ਆਪ ਕਰਦੀਆਂ, ਆਪਣੀ ਇੱਜ਼ਤ ਨਹੀਂ ਕਰਦੀਆਂ। ਜੇ ਕੋਈ ਗਾਲ ਕੱਢਦੇ ਤਾਂ ਵੀ ਮਸਤ ਰਹਿੰਦੀਆਂ ਨੇ, ਜੇ ਰੋਟੀ ਨਾ ਬਚੇ ਤਾਂ ਵੀ ਮਸਤ ਰਹਿੰਦੀਆਂ ਨੇ, ਬੱਚਾ ਉੱਚਾ ਨੀਵਾਂ ਬੋਲਦੇ ਤਾਂ ਵੀ ਮਸਤ ਰਹਿੰਦੀਆਂ। ਅਤੇ ਇਸ ਕੇ ਇਹਨਾਂ ਦੇ ਵਿੱਚ ਜਾਗਰੂਕਤਾ ਲਿਆਉਣੀ ਚਾਹੀਦੀ ਏ। ਇਹ ਆਪਣੀ ਸਭ ਤੋਂ ਪਹਿਲੀ ਗੱਲ ਹੈ ਕਿ ਆਪਣੀ ਸਿਹਤ ਵੱਲ ਧਿਆਨ ਦੇਣ। ਇਹ ਸੋਚ ਸੀ ਸਾਡੀ ਕਲੱਬ ਦੀ, ਮੇਨ ਇਹ ਸੀ। ਫਿਰ ਐਂ ਲੱਗਦਾ ਕਿ ਪਰਮਾਤਮਾ ਨੂੰ ਸ਼ਾਇਦ ਉਹ ਮਨਜ਼ੂਰ ਸੀ। ਉੱਥੇ ਫਿਰ ਜਦੋਂ ਅਸੀਂ ਝਾੜੂ ਮਾਰਨਾ ਸ਼ੁਰੂ ਕੀਤਾ
ਤੇ ਅਸੀਂ 3-4-5 ਵਾਰੀ ਮਾਰਿਆ ਹੋਣਾ, ਬਹੁਤ ਜ਼ਿਆਦਾ। ਤੁਸੀਂ ਸ਼ਾਇਦ ਨਹੀਂ ਵਿਟਨੈਸ ਹੈਗੇ, ਗਵਾਹ ਇਸ ਗੱਲ ਦੇ ਕਿ ਉਹ ਗੱਲਾਂ ਹੁਣ ਗੱਲਾਂ ਰਾਹੀਂ ਸ਼ਾਇਦ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨਾ ਉੱਥੇ ਟਰਾਲੀਆਂ ਦੇ ਹਿਸਾਬ ਗੰਦ ਸੀ, ਮਣਾ ਮੂੰਹ ਹੀ ਕਹਿ ਲਓ ਤੁਸੀਂ, ਗੰਦ ਸੀ। ਉਹ ਅਸੀਂ ਚੁੱਕਦੇ ਰਹੇ, ਸੁੱਟਦੇ ਰਹੇ। ਛੋਟੇ ਮੋਟੇ ਸਾਡੇ ਝਗੜੇ ਵੀ ਉੱਥੇ ਹੋਏ, ਕੁਝ ਇਹ ਸੀ ਵੀ ਇੱਥੇ ਕਰਨ ਨਹੀਂ ਦੇਣਾ। ਤੇ ਸਫਾਈ ਸੀ, ਸਾਡਾ ਕੋਈ ਹੋਰ ਮਕਸਦ ਨਹੀਂ ਸੀ। ਬਟ ਸ਼ਾਇਦ ਪ੍ਰਮਾਤਮਾ ਨੇ ਹੀ ਕਰਾਉਣਾ ਹੁੰਦਾ। ਜਦੋਂ ਅਸੀਂ 4-5 ਵਾਰੀ ਕੀਤਾ ਤੇ ਫਿਰ ਉਹ ਵੈਡਿੰਗ ਵਿਲਾ ਵਾਲੇ ਬਲਵਿੰਦਰ ਬਿੱਟੂ ਤੇ ਇੱਕ ਉਹ ਮੁੰਡਾ ਬਲਵੀਰ ਬਾਊ, ਉਹ ਆ ਗਏ ਇੱਕ ਦਿਨ ਸਕੂਟਰ ਤੇ ਅਚਾਨਕ, ਤੇ ਸਾਨੂੰ ਬੜਾ ਹੌਸਲਾ ਹੋਇਆ। ਪਹਿਲੋਂ ਅਸੀਂ ਜਦੋਂ ਕੰਮ ਕਰਦੇ ਸੀ ਨਾ, ਐਂ ਲੱਗਦਾ ਸੀ ਵੀ ਇੱਥੇ ਬੜਾ ਕੁਝ ਹੋਣ ਵਾਲਾ। ਤੇ ਚਲੋ ਉਹ ਜਿੱਦਣ ਆ ਗਏ ਫਿਰ ਸਾਨੂੰ ਹੌਸਲਾ ਹੋ ਗਿਆ ਕਿ ਹੁਣੇ ਹੋ ਜਾਏਗਾ। ਸੋ ਸ਼ੁਰੂਆਤ ਸੀ ਬੜੀ ਜ਼ਬਰਦਸਤ। ਜੇ ਪਹਿਲੀਆਂ ਕਿਤੇ ਤੁਹਾਨੂੰ ਫੋਟੋ ਮਿਲ ਜਾਣ ਤੇ ਕੰਪੈਰੀਜ਼ਨ ਚ ਲਾਓਗੇ ਤੇ ਜਿਹਨੂੰ ਇੱਕ ਕਰਾਮਾਤ ਕਹਿੰਦੇ ਉਹ ਵਾਪਰੀ ਉੱਥੇ। ਉਸ ਗੰਦਗੀ ਤੋਂ ਬਾਅਦ, ਚੁੱਕਣ ਤੋਂ ਬਾਅਦ ਜਿਹੜਾ ਅੱਜ ਦਾ ਨਜ਼ਾਰਾ ਹੈ, ਉਹ ਜੇ ਕਿਸੇ ਬਾਹਰਲੇ ਦੇਸ਼ ਨਾਲ ਵੀ ਕੰਪੈਰੀਜ਼ਨ ਕਰੋਗੇ ਤਾਂ ਮੈਨੂੰ ਲੱਗਦਾ ਨਡਾਲਾ ਵਧੀਆ ਨੰਬਰ ਲੈ ਜਾਏਗਾ। ਉਹਦੇ ਵਿੱਚ ਵੀ ਇੰਨਾ ਸੋਹਣਾ ਬਣ ਗਿਆ ਹੁਣ ਤੱਕ। ਸ਼ਮਸ਼ਾਨ ਘਾਟ 'ਚ ਕਿਉਂਕਿ ਇਹਨਾਂ ਨੇ ਫਿਰ ਬਹੁਤ ਕੰਮ ਕੀਤਾ, ਹੋਰ ਵੀ ਲੋਕ ਰਲਦੇ ਗਏ ਨਾਲ। 35 ਕੁ ਲੱਖ ਰੁਪਈਆ ਲੱਗ ਗਿਆ, 35 ਲੱਖ ਰਕਮ ਹੈ, ਅਤੇ ਉਹ ਲੋਕਾਂ ਦੇ ਤਿਲ ਫੁੱਲ ਨਾਲ ਹੀ ਬਣ ਗਿਆ। ਇਹਦਾ ਮਤਲਬ ਕਿਤੇ ਅੱਗੇ ਲੱਗਣ ਦੀ ਲੋੜ ਹੈ। ਲੋਕ ਹੈਗੇ ਨੇ, ਚੰਗੇ ਲੋਕ ਬਹੁਤ ਨੇ, ਸਾਥ ਦੇਣ ਵਾਲੇ ਬਹੁਤ ਨੇ, ਸਿਰਫ ਇੱਕ ਹਿੰਮਤ ਦੀ ਗੱਲ ਹੁੰਦੀ ਹੈ ਨਾ। ਜਿਵੇਂ ਕਿਹਾ ਜਾਂਦਾ ਹੈ ਕਿ ਬੇਹਿੰਮਤੇ ਕਰਨ ਸ਼ਿਕਵਾ ਮੁਕੱਦਰਾਂ ਤੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦੇ। ਹੁਣ ਕਮਾਲ ਦੀ ਗੱਲ ਹੈ ਕਿ ਸ਼ੁਰੂਆਤ ਕਰਨੀ ਸਭ ਤੋਂ ਔਖੀ ਹੁੰਦੀ ਆ, ਅਤੇ ਸ਼ੁਰੂਆਤ ਵੀ ਬੀਬੀਆਂ ਨੂੰ ਲੈ ਕੇ ਕਰਨੀ ਉਸ ਤੋਂ ਵੀ ਔਖੀ ਆ। ਕਿਉਂਕਿ ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਸਟਾਰਟਿੰਗ ਕਰਨੀ ਜਿਹੜੀ ਔਖੀ ਆ, ਪਰ ਜਦੋਂ ਬੀਬੀਆਂ ਨੂੰ ਨਾਲ ਲੈ ਕੇ ਚੱਲਣਾ ਹੋਵੇ ਤਾਂ ਉਦੋਂ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ। ਕਿਉਂਕਿ ਤੁਸੀਂ ਘਰਾਂ 'ਚ ਜਾ ਕੇ ਕੋਈ ਇਜਾਜ਼ਤ ਦਿੰਦਾ, ਕੋਈ ਨਹੀਂ ਇਜਾਜ਼ਤ ਦਿੰਦਾ, ਅਤੇ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਹੋਣਗੀਆਂ ਕਿ ਨਾਲ ਆਪਣੀ ਟੀਮ ਨੂੰ ਤਿਆਰ ਕਰਨਾ, ਬੀਬੀਆਂ ਨੂੰ ਤਿਆਰ ਕਰਨਾ। ਉਹਦੇ ਵਿੱਚ ਤੁਹਾਨੂੰ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਕਿਵੇਂ ਟੀਮ ਤੁਹਾਡੀ ਤਿਆਰ ਹੋ ਗਈ? ਸਾਨੂੰ ਫਿਰ ਮੈਂ ਕਹਾਂਗੀ ਪਰਮਾਤਮਾ ਦੀ ਐਡੀ ਬਖਸ਼ਿਸ਼ ਕਹਿ ਲਓ ਕਿ ਜਦੋਂ ਅਸੀਂ ਟੀਮ ਬਣਾਈ ਨਾ, ਤੇ ਪਹਿਲੀ ਵਾਰੀ ਮੈਂ ਮਿਸਿਸ ਬਾਵਾ ਮੇਰੇ ਨਾਲ ਬੈਠੇ ਨੇ, ਜਦੋਂ ਮੈਨੂੰ ਖਿਆਲ ਆਇਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਇਹ ਆਏ ਤੇ ਮੈਂ ਕਿਹਾ ਆਪਾਂ ਕਲੱਬ ਬਣਾਈਏ। ਕਹਿੰਦੇ ਬਣਾਈਏ। ਸੋ ਇੰਨਾ ਹੀ ਸੌਖਾ, ਬਾਕੀਆਂ ਤੋਂ ਵੀ ਯੈਸ ਹੋਈ। ਕਿਸੇ ਨੇ ਵੀ ਨਹੀਂ ਇਹਦੇ ਤੇ ਕੋਈ ਬਹੁਤਾ ਕਿਸੇ ਨੂੰ ਦਿੱਕਤ ਨਹੀਂ ਆਈ। ਮਤਲਬ ਨਾਲ ਰਲ ਕੇ ਚੱਲਣ 'ਚ ਹਰ ਕੋਈ ਅੱਗੇ ਲੱਗ ਕੇ ਚੱਲਿਆ। ਜਿੰਨੇ ਵੀ ਅਸੀਂ ਕਲੱਬ ਮੈਂਬਰ ਆ ਸਾਰੇ, ਸਿਰਫ ਇੱਕੋ ਹੀ ਹੈ ਕਿ ਔਰਤਾਂ ਨੂੰ ਘਰ ਦੇ ਕੰਮਾਂ ਵਿੱਚ ਐਡਜਸਟਮੈਂਟ ਕਰਨੀ ਪੈਂਦੀ ਹੈ। ਅਤੇ ਇੱਕ ਜਿਹੜੀ ਗੱਲ ਤੁਸੀਂ ਪਹਿਲੇ ਸਵਾਲ 'ਚ ਕਹਿ ਦਿੱਤੀ ਹੈ ਕਿ ਘਰ ਵਿੱਚ ਮਰਦਾਂ ਨੂੰ ਆਦਤ ਨਹੀਂ ਔਰਤਾਂ ਬਾਹਰ ਜਾ ਕੇ ਕੰਮ ਕਰਨ, ਕਿਤੇ ਵਿੱਚ ਉਹ ਵੀ ਆਈ ਹੋਏਗੀ ਜਿਹੜੀ ਕਿ ਦਬਾ ਲਈ ਜਾਂਦੀ ਹੈ, ਅੱਗੇ ਤੱਕ ਆਉਂਦੀ ਨਹੀਂ। ਉੱਦਾਂ ਸਹਿਯੋਗ ਵਿੱਚ, ਸਾਡੇ ਆਪਣੇ ਕਲੱਬ ਦੇ ਸਹਿਯੋਗ ਵਿੱਚ ਕੋਈ ਕਮੀ ਨਹੀਂ ਹੈਗੀ। ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਸਾਰੇ ਪਹੁੰਚ ਜਾਂਦੇ ਨੇ। ਅਤੇ ਜਿਵੇਂ ਤੁਸੀਂ ਸਟਾਰਟਿੰਗ ਕੀਤੀ ਸ਼ਮਸ਼ਾਨ ਘਾਟ ਤੋਂ, ਅੱਜ ਸ਼ਮਸ਼ਾਨ ਘਾਟ ਦੀ ਰੂਪ ਰੇਖਾ ਬਿਲਕੁਲ ਚੇਂਜ ਹੋ ਚੁੱਕੀ ਹੈ। ਜੇ ਅਸੀਂ ਅੱਜ ਤੋਂ 5 ਸਾਲ 6 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਬੈਠਣਾ ਅਤੇ ਭੰਗ ਕੂੜਾ ਕਰਕਟ ਜਿਵੇਂ ਉੱਥੇ ਟਰਾਲੀਆਂ ਭਰ ਕੇ ਕੱਢੀਆਂ ਗਈਆਂ। ਪਰ ਇੱਕ ਸ਼ੁਰੂਆਤ ਕੀਤੀ ਅਤੇ ਹੁਣ ਟੀਮ ਜੁੜ ਗਈ, ਹੁਣ ਇੱਕ ਕਾਫਲਾ ਜੁੜ ਗਿਆ ਤੁਹਾਡੇ ਨਾਲ, ਜਿਹੜਾ ਸੇਵਾ ਦੇ ਵਿੱਚ ਹਰ ਪਾਸੇ ਜਿਹੜਾ ਮੋਹਰੇ ਹੁੰਦਾ ਹੈਗਾ। ਇਸ ਤਰੀਕੇ ਆਪਾਂ ਬੋਲੀ ਸਾਹਿਬ ਦੇ ਸਾਹਮਣੇ ਦੀ ਗੱਲ ਕਰਦੇ ਹਾਂ। ਜਿਵੇਂ ਖੁਸ਼ਵੰਤ ਭਾਜੀ ਫੁਲਵਾੜੀ ਸੇਵਾਦਾਰ ਵੱਲੋਂ ਸਪੋਰਟ ਕੀਤੀ ਗਈ, ਉੱਥੇ ਪ੍ਰੋਪਰ ਪਾਰਕ ਦਾ ਪ੍ਰਬੰਧ ਕੀਤਾ ਗਿਆ। ਉੱਥੇ ਵੀ ਤੁਸੀਂ ਜਿਹੜਾ ਹੈਗਾ ਸਿਟਿੰਗ ਵਾਸਤੇ, ਕਿਉਂਕਿ ਪਾਰਕ ਦੇ ਵਿੱਚ ਜਦੋਂ ਕਿਸੇ ਨੇ ਆਉਣਾ, ਸੈਰ ਵੀ ਕਰਨੀ ਅਤੇ ਬਜ਼ੁਰਗਾਂ ਨੇ ਬੈਠਣਾ ਵੀ ਆ, ਅਤੇ ਕਈ ਬਜ਼ੁਰਗ ਜਿਹੜੇ ਚੌਂਕੜੀ ਮਾਰ ਕੇ ਪਾਰਕ 'ਚ ਨਹੀਂ ਬੈਠ ਸਕਦੇ। ਉੱਥੇ ਤੁਹਾਡੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਆ, ਆਪਣੇ ਬੈਂਚ ਲਗਾਏ ਗਏ ਆ, ਉਹ ਪੂਰੀ ਟੀਮ ਦੇ ਸਹਿਯੋਗ ਨਾਲ ਹੋਈ ਆ ਜਾਂ ਕੋਈ NRI ਵੀਰ ਵੀ ਤੁਹਾਨੂੰ ਕੋਈ ਪੈਸਾ ਬਾਹਰੋਂ ਵੀ ਆਉਂਦਾ? ਇਹ ਕਿਸ ਤਰੀਕੇ ਨਾਲ ਤੁਸੀਂ ਸੇਵਾ ਕਰਦੇ ਆ, ਜਿਹੜੇ ਬੈਂਚ ਆ ਜਾਂ ਖਰਚਾ ਕਰਦੇ ਆ? ਉਹਦੇ 'ਚ ਨਾ ਮੈਂ ਥੋੜ੍ਹੀ ਜਿਹੀ ਉਹਦੀ ਬੈਕਗਰਾਊਂਡ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੇ ਫੁਲਵਾੜੀ ਵਾਲੇ ਨੇ ਨਾ, ਜਿੰਨੀ ਵੱਡੀ ਸ਼ਾਬਾਸ਼ ਹੈ ਮੈਂ ਤਾਂ ਆਪਣੇ ਸਿਰ ਕਰਜ਼ ਸਮਝਦੀ ਇਹਨਾਂ ਦਾ, ਸਾਰੇ ਨਡਾਲੇ ਸਿਰ ਕਰਜ਼ਾ ਇਹਨਾਂ ਦਾ। ਇਹਨਾਂ ਜਿੰਨੀ ਸ਼ਿੱਦਤ ਨਾਲ, ਜਿੰਨੀ ਸ਼ਰਧਾ ਨਾਲ, ਜਿੰਨੀ ਸਿਦਕ ਨਾਲ, ਸਿਰੜ ਨਾਲ ਇਹਨਾਂ ਉੱਥੇ ਕੰਮ ਕੀਤਾ। ਇੱਕ ਵਾਰੀ ਨਾ ਇਹਨੂੰ ਇਹ ਚੀਜ਼ਾਂ ਕਰਾਮਾਤ ਹੀ ਤੁਹਾਡੀ ਜ਼ਿੰਦਗੀ 'ਚ ਹੁੰਦੀਆਂ ਨੇ। ਉੱਥੇ ਕਿੰਨਾ ਗੰਦ ਸੀ, ਕਿੰਨਾ ਬਿਆਨ ਨਹੀਂ ਕੀਤਾ ਜਾ ਸਕਦਾ। ਟੱਟੀ ਕਰਨ ਵਾਲੀ ਥਾਂ ਲੈਟਰਿਨ ਕਹਿ ਲਓ। ਉੱਥੇ ਨਾ ਹਮੇਸ਼ਾ ਮੇਰੇ ਲਈ ਬੜਾ ਦੁਖਦਾਈ ਸੀ, ਜਿਹੜੀ ਖਾਸ ਮੈਨੂੰ ਤਕਲੀਫ ਸੀ ਕਿ ਜਦੋਂ ਉੱਥੇ ਕੀਰਤਨ ਦਰਬਾਰ ਹੁੰਦਾ, ਉਦੋਂ ਦਰਬਾਰ ਸਾਹਿਬ ਲਿਆ ਕੇ ਰੱਖ ਦਿੰਦੇ ਨੇ ਬੈਂਚ ਰੱਖ ਕੇ, ਪਰ ਉਸ ਗੰਦ ਦੇ ਵਿੱਚ। ਅਤੇ ਬਾਬਾ ਸੇਵਾ ਸਿੰਘ ਹੋਰਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦੀ ਸੀ, ਕਰਮਯੋਗੀ ਸੰਤ ਨੇ। ਉਹ ਮੈਂ ਕਹਿਣਾ ਵੀ ਜਦੋਂ ਕਿਤੇ ਆਏ ਨਾ ਤਾਂ ਮੈਨੂੰ ਪਤਾ ਲੱਗੇ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ। ਅਤੇ ਇੱਕ ਵਾਰੀ ਐਸੀ ਇੱਕ ਦਿਨ ਗੱਲ ਵਾਪਰੀ ਕਿ ਬਾਬਾ ਜੀ ਸਕੂਲ ਹੀ ਆ ਗਏ, ਲੈਂਟਲ ਪੈਣਾ ਸੀ ਗੁਰਦੁਆਰੇ ਦਾ, ਅਤੇ ਉਹ ਸੇਵਾ ਲਈ ਹੋਰ 7 8 10 ਜਣੇ ਆ ਗਏ। ਅਤੇ ਮੈਂ ਕਿਹਾ ਬਾਬਾ ਜੀ ਸੇਵਾ ਲਾ ਦਿਓ ਤੁਸੀਂ ਜਿਹੜੀ ਕਹਿੰਦੇ, ਪਰ ਇੱਕ ਅਰਦਾਸ ਅੱਜ ਕਰ ਦਿਓ। ਅਤੇ ਤੁਹਾਨੂੰ ਪਤਾ ਬਾਬਾ ਸੇਵਾ ਸਿੰਘ ਹੋਰੀ ਬਹੁਤ ਘੱਟ ਬੋਲਦੇ ਨੇ, ਬਹੁਤ ਹੀ ਘੱਟ ਬੋਲਦੇ ਹੀ ਨਹੀਂ ਰਾਦਰ।
ਮੈਂ ਕਿਹਾ ਵੀ ਇਹ ਬੜੀ ਤਕਲੀਫ ਵਾਲੀ ਗੱਲ ਹੈ, ਪੀੜ ਵਾਲੀ ਹੈ ਕਿ ਇੰਨੀ ਗੰਦੀ ਥਾਂ ਦੇ ਉੱਤੇ ਕੀਰਤਨ ਦਰਬਾਰ ਸਾਹਿਬ ਰੱਖ ਦਿੰਦੇ ਨੇ ਤੇ ਇਹ ਸਾਫ਼ ਹੋ ਜੇ। ਪਤਾ ਨਹੀਂ ਉਹ ਕੋਈ ਟਾਈਮ ਸੀ ਜਾਂ ਸੰਤਾਂ ਮਹਾਂਪੁਰਸ਼ਾਂ ਕੇ ਬੇਨਤੀ ਸੀ ਕਿ ਉਹ ਸੁਣੀ ਗਈ। ਇਹ ਟੀਮ ਬਿਲਕੁਲ ਸ਼ੁੱਧ ਟੀਮ, ਜਿਹਨੂੰ ਸ਼ੁੱਧ ਕਹੀਦਾ ਨਾ, ਪਿਓਰ ਕਹੀਦਾ, ਉਹ ਟੀਮ ਹੈ। ਕਿਸੇ ਲਾਲਚ ਅਧੀਨ ਕੰਮ ਨਹੀਂ ਕਰਦੇ, ਤਿਲ ਫੁੱਲ ਚ ਕਰ ਰਹੇ ਨੇ। ਬਾਕੀ ਥਾਵਾਂ ਤੇ ਲੋਕ ਬਹੁਤ ਵੱਡੇ ਵੱਡੇ ਗੱਫੇ ਦਿੰਦੇ ਹੋਣੇ ਨੇ, ਪਰ ਇਹਨਾਂ ਨੇ ਤਿਲ ਫੁੱਲ ਵਿੱਚ ਹੀ ਉੱਥੇ ਵੀ ਕਰਾਮਾਤ ਇੱਕ ਕਰ ਦਿੱਤੀ ਹੈ। ਤੁਹਾਡੇ ਸਾਹਮਣੇ ਹੀ ਸਾਰਾ ਕੁਝ ਵਾਪਰਿਆ। ਉਹ ਜਿਹੜੀ ਤੁਸੀਂ ਸਾਡੀ ਕਹੀਏ ਫਾਈਨੈਂਸ਼ੀਅਲੀ ਪੈਸਿਆਂ ਦੀ ਗੱਲ, ਅਸੀਂ ਜਿੱਦਣ ਕਲੱਬ ਬਣਾਇਆ ਸੀ ਕੁਝ ਰੂਲ ਰੈਗੂਲੇਸ਼ਨ ਬਣਾਏ ਸੀ, ਸੋ ਅਸੀਂ ਕਦੇ ਵੀ ਕਿਸੇ ਤੋਂ ਪੈਸੇ ਲਏ ਨਹੀਂ, ਕਹੇ ਹੀ ਨਹੀਂ, ਲੋੜ ਹੀ ਨਹੀਂ ਪਈ, ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਨਹੀਂ ਸੀ ਸਾਡੇ ਹੈਗੇ। ਅਸੀਂ ਆਪਸ 'ਚ ਹੀ ਸਾਰਾ ਗਰੁੱਪ ਜਿਹੜਾ ਉਹ 25-30 ਮੈਂਬਰ ਹੋਵਾਂਗੇ, 15-16-20 ਪ੍ਰੈਜ਼ੈਂਟ ਹੁੰਦੇ ਨੇ। ਫਿਰ ਜਿੰਨਾ ਕੁ ਕਿਸੇ ਕੋ ਸਰਦਾ ਬਣਦਾ ਉਦਣ ਅਸੀਂ ਪੈਸੇ ਇਕੱਠੇ ਕਰ ਲੈਂਦੇ ਹਾਂ ਅਤੇ ਉਹਦੇ ਵਿੱਚ ਬੜੀ ਬਰਕਤ ਹੈ। ਹੁਣ ਸ਼ਮਸ਼ਾਨ ਘਾਟ ਅਸੀਂ ਆਪਣੇ ਵੱਲੋਂ ਤਿਲ ਫੁੱਲ ਦੇ ਵਿੱਚ 3 ਲੱਖ ਰੁਪਈਆ ਉੱਥੇ ਵੀ ਦਿੱਤਾ। ਫਿਰ ਅਸੀਂ ਮੈਡੀਕਲ ਕੈਂਪ ਲਾਏ, ਉਹਦੇ 'ਚ ਵੀ ਖਰਚ ਹੋਇਆ। ਇਹ ਸੀਟਾਂ ਜਿਹੜੀਆਂ ਨੇ ਫਿਰ ਉਹ ਸਾਡੇ ਆਪਣੇ ਫੰਡ ਵਿੱਚੋਂ, ਕਿਉਂਕਿ ਸਾਡੇ ਕੋਲ ਅਹੁਦੇਦਾਰ ਨੇ, ਇਹ ਦੋਨੋਂ ਬੈਠੇ ਨੇ, ਇਹਨਾਂ ਦਾ ਵੀ ਜ਼ਰੂਰ ਦਿਖਾਇਓ, ਇਹ ਕੈਸ਼ੀਅਰ ਨੇ, ਇਹਨਾਂ ਕੋਲ ਹਿਸਾਬ ਕਿਤਾਬ ਹੈ ਪੈਸੇ ਦਾ, ਅਤੇ ਉਹ ਬੈਂਕ ਵਿੱਚ ਖਾਤਾ ਹੈ। ਜਿੰਨੀ ਲੋੜ ਪੈਂਦੀ ਹੈ ਉਦੋਂ ਵੱਧ ਹੀ ਸਾਡੇ ਕੋਲ ਹੁੰਦੇ ਨੇ। ਸੋ ਸਾਡੀਆਂ ਲੋੜਾਂ ਵੀ ਅਜੇ ਛੋਟੀਆਂ ਨੇ, ਅਤੇ ਜੇ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਤਾਂ ਫਿਰ ਉਹ ਜਿੱਧਰ ਤੁਰੇਗਾ ਤੁਰੀ ਜਾਵਾਂਗੇ। ਅਕਸਰ 2 ਚੀਜ਼ਾਂ ਆਪਾਂ ਕਹਿੰਦੇ ਸਭ ਤੋਂ ਜ਼ਰੂਰੀ ਹੁੰਦੀਆਂ, ਪੜ੍ਹਾਈ ਅਤੇ ਦਵਾਈ। ਕਿਉਂਕਿ ਜੇ ਸਿੱਖਿਆ ਪ੍ਰਬੰਧ ਵਧੀਆ ਹੈਗਾ, ਜਾਂ ਜਿੱਥੇ ਇਲਾਜ ਹੋਣਾ ਹੈ, ਜਿੱਥੇ ਹਸਪਤਾਲ ਦੀ ਗੱਲ ਕਰਦੇ ਹਾਂ, ਉਹ ਪ੍ਰਬੰਧ ਵਧੀਆ ਹੈਗਾ ਅਤੇ ਸਭ ਕੁਛ ਜਿਹੜਾ ਇਲਾਕੇ ਦੇ ਵਿੱਚ ਵਧੀਆ ਹੁੰਦਾ। ਪਰ ਆਪਾਂ ਜੇ ਦੇਖਦੇ ਹਾਂ 2 ਥਾਵਾਂ 'ਚ ਸਰਕਾਰੀ ਸਕੂਲ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਵੀ ਬਾਹਰ ਖਲਾਰਾ ਜਾਂ ਰੂੜੀ ਸੀਗੀ। ਜੇ ਆਪਾਂ ਸਕੂਲ ਦੇ ਲਾਗੇ ਤੁਸੀਂ ਗੱਲ ਕਰਦੇ ਹਾਂ, ਢਿਲਵਾਂ ਰੋਡ 'ਤੇ ਗੱਲ ਕਰਦੇ, ਜੱਜੀ ਮਾਰਗ 'ਤੇ, ਉੱਥੇ ਵੀ ਰੂੜੀ ਸੀਗੀ। ਅਤੇ ਹੁਣ ਆਪਾਂ ਸਰਕਾਰੀ ਹਸਪਤਾਲ ਦੀ ਗੱਲ ਕਰਦੇ ਹਾਂ, ਜਿੱਥੇ ਤੁਸੀਂ ਇੱਥੇ ਵੀ ਮੁਹਿੰਮ ਦਾ ਜਿਹੜਾ ਸ਼ੁਰੂ ਕੀਤਾ, ਕਿਉਂਕਿ ਬਾਕੀ ਥਾਵਾਂ ਦੇ ਉੱਤੇ ਤਾਂ ਬਹੁਤ ਵਧੀਆ ਪ੍ਰਬੰਧ ਹੋ ਚੁੱਕਾ, ਸਫਾਈ ਹੋ ਚੁੱਕੀ ਆ, ਪਰ ਸਰਕਾਰੀ ਹਸਪਤਾਲ ਵਾਲੀ ਸਾਈਡ 'ਤੇ ਕਿਸੇ ਦੀ ਨਿਗਾਹ ਨਹੀਂ ਪਈ। ਪਰ ਤੁਸੀਂ ਇਸ ਪਾਸੇ ਜਿਹੜੀ ਸ਼ੁਰੂਆਤ ਕੀਤੀ ਹੈ, ਇੱਥੇ ਜਿਹੜਾ ਢੇਰ ਲੱਗਾ ਸੀ, ਮੱਛਰ ਲੜਦੇ ਸੀ ਮਰੀਜ਼ਾਂ ਦੇ, ਬੈਠਣ ਦਾ ਕੋਈ ਪ੍ਰਬੰਧ ਨਹੀਂ ਸੀ, ਭੰਗਾਂ ਐਡੀ ਉੱਚੀ ਉੱਚੀ ਭੰਗ ਸੀਗੀ। ਆਪਾਂ ਕਹਿ ਸਕਦੇ ਹੈ ਤੰਦਰੁਸਤ ਪੰਜਾਬ, ਪਰ ਬਿਮਾਰੀ ਦਾ ਘਰ ਬਣ ਚੁੱਕਾ ਸੀ। ਪਰ ਤੁਸੀਂ ਕਿਵੇਂ ਮਨ ਦੇ ਵਿੱਚ ਆਇਆ ਵੀ ਇਹ ਜਿਹੜੀ ਚੀਜ਼ ਹੈਗੀ, ਜਿਵੇਂ ਸ਼ਮਸ਼ਾਨ ਘਾਟ ਦੀ ਮੁਹਿੰਮ ਸ਼ੁਰੂ ਕੀਤੀ, ਇਸ ਟਾਈਮ ਉਹਦੀ ਰੂਪਰੇਖਾ ਚੇਂਜ ਹੋਈ ਹੈ, ਹੁਣ ਸ਼ੁਰੂਆਤ ਸਰਕਾਰੀ ਹਸਪਤਾਲ ਤੋਂ ਹੋ ਚੁੱਕੀ ਹੈ। ਇੱਧਰਲੇ ਪਾਸੇ ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਇੱਧਰਲੇ ਪਾਸੇ ਆਣ ਕੇ ਵੀ ਸਫਾਈ ਕਰੋ ਜਾਂ ਸੇਵਾ ਕਰੋ, ਕਿ ਜਾਂ ਤੁਹਾਡੇ ਆਪਣੇ ਮਨ ਵਿੱਚ ਇਹ ਹੈ ਵੀ ਸਰਕਾਰੀ ਹਸਪਤਾਲ ਦੀ ਵੀ ਰੂਪਰੇਖਾ ਚੇਂਜ ਹੋਣੀ ਚਾਹੀਦੀ ਆ? ਅਸੀਂ ਜਿਵੇਂ ਨਡਾਲੇ ਦੇ, ਐਡਾ ਵੱਡਾ ਨਡਾਲਾ, ਅਤੇ ਇੱਥੇ ਕੋਈ ਡਿਸਪੈਂਸਰੀ, ਕੋਈ ਡਾਕਟਰ, ਕੁਛ ਵੀ ਨਹੀਂ ਹੈਗਾ, ਅਤੇ ਸਾਰੇ ਲੋਕ ਇੰਨੇ ਜੋਗੇ ਨਹੀਂ ਕਿ ਉਹ ਆਪਣੇ ਕੋਲੋਂ ਦਵਾਈ ਲੈ ਸਕਣ। ਇਹ ਕੁਦਰਤੀ ਸਬੱਬ ਐਸਾ ਬਣਿਆ ਕਿ ਸਰਕਾਰੀ ਸਕੂਲ ਦੇ ਸਾਹਮਣੇ ਸੱਥ ਬਣੀ ਹੈ, ਅਤੇ ਸਾਡਾ ਸੰਦਲੀ ਕਲੱਬ ਦੀ ਡਿਊਟੀ ਲੱਗੀ ਕਿ ਤੁਸੀਂ ਉਹਦੀ ਇਨੈਗੂਰੇਸ਼ਨ ਕਰ ਦਿਓ। ਅਸੀਂ ਜਦੋਂ ਆਈਆਂ ਤਾਂ ਇੱਥੇ ਦੇਖਿਆ ਕਿ ਆ ਕੰਧ ਤੋਂ ਉੱਚੀ ਉੱਚੀ ਭੰਗ ਸੀ, ਅਤੇ ਇਹ ਵੀ ਕਹਿ ਲਓ ਉਹਦਾ ਹੁਕਮ ਹੀ ਸੀ। ਮੈਂ ਕਿਹਾ ਵੀ ਅਸੀਂ ਕਿਸ ਤਰ੍ਹਾਂ ਦੇ ਕਮਜ਼ੋਰ ਲੋਕ ਹਾਂ, ਇੰਨੇ ਗੰਦ ਵਿੱਚ ਰਹਿੰਦੇ ਹਾਂ, ਉਹ ਵੀ ਉੱਥੇ ਗੰਦ ਜਿੱਥੇ ਵੱਡੀ ਜ਼ਿਆਦਾ ਜ਼ਰੂਰਤ ਹੈਗੀ ਹੈ, ਜਿੱਥੇ ਸਿਹਤ ਨਾਲ ਸੰਬੰਧ ਹੈ, ਸਫਾਈ ਦਾ ਅਤੇ ਗੰਦਗੀ ਦਾ। ਅਤੇ ਇਹ ਕੋਈ ਐਡਾ ਔਖਾ ਕੰਮ ਨਹੀਂ ਜੇ ਕਰੀਏ, ਬਸ ਉਹ ਸ਼ੁਰੂਆਤ ਸੀ। ਅਤੇ ਬੜੀ ਇਹਨਾਂ 'ਤੇ ਗੁਰੂ ਦੀ ਮਿਹਰ, ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਫਲਵਾੜੀ ਦੀ। ਸ਼ਾਇਦ ਅਸੀਂ ਇਕੱਲੇ ਇੰਨਾ ਕੰਮ ਨਹੀਂ ਸੀ ਕਰ ਸਕਦੇ, ਇਹਨਾਂ ਨੇ ਬੀੜਾ ਚੁੱਕ ਲਿਆ। ਫਿਰ ਜਿੱਥੇ ਇੱਥੇ ਪੈਸੇ ਜਿੰਨੇ ਕੁ ਲੱਗੇ ਉਹ ਅਸੀਂ ਲਾ ਦੇਣੇ ਨੇ, ਬਾਕੀ ਕਈਆਂ ਨਾਲ, ਰੰਬਿਆਂ ਨਾਲ ਕਾਰ ਸੇਵਾ ਜਿਹੜੀ ਹੈ, ਜਿਹੜਾ ਕਿ ਔਖਾ ਕੰਮ ਹੈ, ਉਹ ਇਹ ਕਰ ਰਹੇ ਨੇ। ਬੜੀ ਸ਼ਾਬਾਸ਼ ਹੈ, ਗੁਰੂ ਮਿਹਰ ਕਰੇ ਇਹਨਾਂ 'ਤੇ। ਇਹਨਾਂ ਨੂੰ ਪਿੰਡੋਂ ਬਾਹਰ ਵਸਦੇ ਨਡਾਲੇ ਦੇ ਲੋਕਾਂ ਦੀ ਬਹੁਤ ਡਿਊਟੀ ਬਣਦੀ ਹੈ ਇਹਨਾਂ ਦਾ ਸਹਿਯੋਗ ਦੇਣਾ। ਹੌਲੀ ਹੌਲੀ ਤੁਸੀਂ ਦੇਖ ਰਹੇ ਹੋ, ਜਿਵੇਂ ਇਹਦੇ ਸਕੂਲ ਦੇ ਸਾਹਮਣੇ ਬਹੁਤ ਸੋਹਣੀ ਸੱਥ ਬਣ ਗਈ ਹੈ, ਪਾਰਕ ਬਹੁਤ ਬਿਊਟੀਫੁਲ ਬਣ ਗਿਆ, ਸ਼ਮਸ਼ਾਨ ਘਾਟ ਵੇਖਦਿਆਂ ਤੁਹਾਡੇ ਇੱਥੇ ਹਸਪੀਟਲ 'ਚ ਵੀ ਨਜ਼ਾਰਾ ਬਦਲ ਜਾਏਗਾ। ਤੁਸੀਂ ਦੇਖਿਆ ਕਾਫੀ ਚੇਂਜ ਆਈ ਹੈ ਕਿ ਗੰਦ ਚੁੱਕਿਆ ਜਾ ਰਿਹਾ, ਫੁੱਲ ਬੂਟੇ ਲੱਗ ਰਹੇ ਨੇ, ਰੁੱਖ ਲੱਗ ਰਹੇ ਨੇ, ਬਹੁਤ ਸਾਰੇ ਮੈਡੀਸਿਨਲ ਪਲਾਂਟ ਲੱਗ ਰਹੇ ਨੇ। ਸੌਣ ਵਾਲੇ 6 ਮਹੀਨਿਆਂ ਦੇ ਵਿੱਚ ਇਹ ਹਸਪੀਟਲ ਵੀ ਦਗਦਾ ਕਰਨ ਲੱਗ ਜਾਏਗਾ। ਅਤੇ ਮੈਨੂੰ ਐਂ ਲੱਗਦਾ ਵੜਨ ਵਾਲਾ ਜਿਹੜਾ ਹੈ ਉਹਨੂੰ ਆਉਂਦਿਆਂ ਡਾਕਟਰ ਮਿਲੇ ਨਾ ਮਿਲੇ, ਪਹਿਲੋਂ ਆਕਸੀਜਨ ਖੁੱਲ੍ਹੀ ਡੁੱਲੀ ਮਿਲ ਜਾਏਗੀ, ਤਾਜ਼ੀ ਹਵਾ ਉਹਨੂੰ ਮਿਲ ਜਾਏਗੀ। ਇਹ ਪਹਿਲੀ ਸ਼ਰਤ 'ਤੇ ਇਹ ਬਿਮਾਰ ਬੰਦੇ ਨੂੰ ਇਹ ਮਿਲਣੀ ਚਾਹੀਦੀ ਹੈ। ਸੋ ਇੱਥੇ ਵੀ ਮੈਨੂੰ ਲੱਗਦਾ ਕੋਈ ਕਸਰ ਨਹੀਂ ਰਹੇਗੀ, ਇਹ ਉਦੋਂ ਵੀ ਵਧੀਆ ਹੋ ਜਾਏਗਾ। ਜਿਵੇਂ ਤੁਸੀਂ ਆਕਸੀਜਨ ਦੀ ਗੱਲ ਕੀਤੀ ਵੀ ਕੋਈ ਅੰਦਰ ਐਂਟਰ ਹੋਊਗਾ ਅਤੇ ਉਹ ਸਭ ਤੋਂ ਪਹਿਲਾਂ ਆਕਸੀਜਨ ਜ਼ਰੂਰ ਮਿਲੇਗੀ, ਡਾਕਟਰ ਮਿਲੇ ਭਾਵੇਂ ਨਾ ਮਿਲੇ। ਅਤੇ ਆਪਾਂ ਗੱਲ ਕਰਦੇ ਹਾਂ ਅੱਜ 14 ਜੂਨ ਆ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਆ, ਅਤੇ ਸ਼ਹੀਦੀ ਦਿਹਾੜੇ ਦੇ ਉੱਤੇ ਜਿਵੇਂ ਖੁਸ਼ਵੰਤ ਭਾਈ ਨੇ ਦੱਸਿਆ ਕਿ ਇੱਥੇ 25 ਬੂਟੇ ਆਕਸੀਜਨ ਦੇ ਲਗਾਏ ਜਾ ਰਹੇ, ਜਿਹੜੀ ਆਕਸੀਜਨ ਦੀ ਹਵਾ ਦੇਣਗੇ। ਅਤੇ ਇਹ ਕਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਸ਼ਹੀਦੀ ਦਿਹਾੜੇ ਨੂੰ ਅਲੱਗ-ਅਲੱਗ ਤਰੀਕੇ ਨਾਲ ਵੀ ਮਨਾਇਆ ਜਾਂਦਾ ਹੈ। ਕੋਈ ਛਬੀਲਾਂ ਲਾਉਂਦਾ ਹੈ 100 ਮੀਟਰ ਦੀ ਦੂਰੀ ਉੱਤੇ,
ਅਲੱਗ-ਅਲੱਗ ਛਬੀਲਾਂ ਲੱਗਦੀਆਂ, ਅਲੱਗ-ਅਲੱਗ ਟੇਸਟ ਦੀਆਂ ਛਬੀਲਾਂ ਲੱਗਦੀਆਂ, ਕੋਈ ਫਰੂਟ ਦੀਆਂ ਲਗਾਉਂਦਾ, ਹਰੇਕ ਤਰੀਕੇ ਨਾਲ। ਪਰ ਤੁਸੀਂ ਆਕਸੀਜਨ ਦੇ ਬੂਟਿਆਂ ਦਾ ਜਿਹੜਾ ਇੱਕ ਕੰਮ ਕੀਤਾ, ਜਿਵੇਂ ਆਕਸੀਜਨ ਦੀ ਗੱਲ ਕੀਤੀ, ਇਹ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਥੇ ਆਕਸੀਜਨ ਦੇ ਬੂਟੇ ਲਗਾਉਣੇ ਚਾਹੀਦੇ ਆ ਤੇ 25 ਬੂਟੇ ਅਜੇ ਹੋਰ ਵੀ ਬੂਟੇ ਲੱਗਣੇ ਹੈਗੇ, ਇਹ ਤੁਹਾਡੇ ਮਨ ਵਿੱਚ ਕਿਵੇਂ ਵਿਚਾਰ ਬਣਿਆ ਜੀ? ਇਸ ਤਰ੍ਹਾਂ ਸੀ ਕਿ ਗੁਰੂ ਜਿਹੜੇ ਨੇ ਸਾਡੇ, ਉਹ ਆਪ ਬਹੁਤ ਵੱਡੇ ਕਸ਼ਟ ਝੱਲ ਕੇ ਉਹ ਸਾਡੇ ਲਈ ਇਹ ਹਾਲਾਤ ਪੈਦਾ ਕਰ ਗਏ ਕਿ ਅਸੀਂ ਇਹ ਸਾਰਾ ਕੁਝ ਕਰੀਏ। ਸੋ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਇਸ ਤਰ੍ਹਾਂ ਦੀ ਕੁਰਬਾਨੀ ਦੇ ਕੇ ਤੇ ਉਹ ਸਾਨੂੰ ਇਹ ਸਿਖਾ ਗਏ। ਬਟ ਸਿੱਖਣ 'ਚ ਕਿੰਨੀ ਕਮੀ ਹੈ। ਜਿਹੜੀ ਤੁਸੀਂ ਛਬੀਲਾਂ ਦੀ ਲੰਗਰ ਦੀ ਗੱਲ ਕੀਤੀ, ਉਹ ਜ਼ਰੂਰ ਲੱਗਣੇ ਚਾਹੀਦੇ ਨੇ, ਪਰ ਲੋੜ ਜੋਗੇ ਲੱਗਣੇ ਚਾਹੀਦੇ ਨੇ। ਜਿਹਨੂੰ ਅੰਨੀ ਸ਼ਰਧਾ ਕਹਿੰਦੇ ਨੇ, ਕੋਈ ਬਹੁਤ ਵੰਨ ਸੁਵੰਨੇ ਲੰਗਰਾਂ ਨਾਲ ਜਾਂ ਛਬੀਲਾਂ ਨਾਲ ਗੁਰੂ ਨੇ ਖੁਸ਼ ਨਹੀਂ ਹੋਣਾ। ਤੁਸੀਂ ਜੇ ਕਿਸੇ ਦੀ ਪੜ੍ਹਾਈ ਵਿੱਚ, ਦਵਾਈ ਵਿੱਚ, ਸਫਾਈ ਵਿੱਚ ਮਦਦ ਕਰਦੇ ਹੋ ਤਾਂ ਮੈਨੂੰ ਐਂ ਲੱਗਦਾ ਗੁਰੂ ਦੇ ਕਹਿਣੇ 'ਤੇ ਫੇਰ ਹੀ ਆਪਾਂ ਚੱਲ ਰਹੇ ਹਾਂ। ਸੋ ਰੁੱਖ ਤੇ ਜਿੰਨੇ ਲਾ ਦਈਏ, ਰੁੱਖ ਲਾਉਣ ਨਾਲੋਂ ਜਿਹੜੀ ਅਗਲੀ ਗੱਲ ਮੈਂ ਬਹੁਤ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ, ਜਿੱਥੇ ਵੀ ਕੋਈ ਸੁਣਦਾ ਹੋਏ, ਕਿ ਰੁੱਖ ਲਾਉਣ ਨਾਲੋਂ ਰੁੱਖ ਪਾਲਣਾ ਇਸ ਵੇਲੇ ਮੈਂ ਚਾਹੁੰਦੀ ਹਾਂ ਕਿ ਆਇਦ ਲੈਣਾ ਚਾਹੀਦਾ। ਸਾਨੂੰ ਇਹ ਵਾਅਦਾ ਕਰਨਾ ਚਾਹੀਦਾ ਕਿ ਲੱਗੇ ਹੋਏ ਰੁੱਖ ਜਿੱਥੇ ਵੀ ਮੇਰੀ ਆਵਾਜ਼ ਚੱਲਦੀ ਹੋਈ ਮੈਂ ਸੁੱਕਣ ਨਹੀਂ ਦਿਆਂਗਾ ਜਾਂ ਸੁੱਕਣ ਨਹੀਂ ਦਿਆਂਗੀ। ਇਸ ਵੇਲੇ ਲੋੜ ਹੈ, ਬੂਟੇ ਲੱਗ ਰਹੇ ਨੇ, ਮਹਾਂਪੁਰਸ਼ ਕੰਮ ਕਰਦੇ ਨੇ, ਚੰਗੀਆਂ ਰੂਹਾਂ ਇਸ ਪਾਸੇ ਲੱਗੀਆਂ ਨੇ, ਗੁਰੂ ਨੇ ਸਾਨੂੰ ਵੀ ਲਾਇਆ ਹੈ। ਸੋ ਇੱਥੇ ਬੂਟੇ ਜਿਹੜੇ ਨੇ, ਜੇ ਅਸੀਂ ਇਹਨਾਂ 'ਤੇ ਕਦੀ ਵਿਚਾਰ ਹੀ ਨਹੀਂ ਕੀਤੀ ਕਿ ਬੂਟਾ ਜਿਹੜਾ ਕਿੱਥੇ ਤੱਕ ਬੰਦੇ ਨਾਲ ਨਿਭਾ ਦਿੰਦਾ ਹੈ। ਜਿਉਂਦਿਆਂ ਇੱਕ ਸੋਸ਼ਲ ਮੀਡੀਆ ਹੈ, ਜਦੋਂ ਨਾ ਲੋਕ ਇਹਨੂੰ ਬੜਾ ਲਾਈਟਲੀ, ਹਰ ਕਿਸਮ ਦੇ ਲੋਕ ਨੇ ਇਹਨੂੰ ਕਿੱਥੇ ਕਿਹੜੇ ਐਂਗਲ ਤੋਂ ਦੇਖ ਰਹੇ ਨੇ ਵੀ ਬੂਟੇ ਹੁਣ ਆਕਸੀਜਨ ਹੋ ਗਈ। ਉਹ ਭੇਡ ਚਾਲ ਹੀ ਹੈ। ਆਕਸੀਜਨ ਹੁਣ ਆ ਵੀ ਗਈ ਤਾਂ ਵੀ ਉਹ ਵੀ ਆਕਸੀਜਨ ਲਾ ਰਿਹਾ। ਆਕਸੀਜਨ ਅੱਜ ਹੀ ਆਕਸੀਜਨ ਮਿਲ ਜਾਣੀ ਜਿਹੜੇ ਅੱਜ ਬੂਟੇ ਲੱਗ ਰਹੇ ਨੇ, ਤੇ ਆਉਣ ਵਾਲੀ ਜਨਰੇਸ਼ਨ ਨੂੰ ਇਹਦਾ ਫਾਇਦਾ ਹੋਣਾ। ਸੋ ਇਹ ਸੋਚ ਕੇ ਕਿ ਆਉਣ ਵਾਲੇ ਸਮੇਂ 'ਚ ਆਫਤਾਂ ਆਉਂਦੀਆਂ ਰਹਿਣੀਆਂ ਨੇ ਤੇ ਇਹ ਬੂਟੇ ਜਿੰਨੇ ਲਾ ਦਿਓ, ਵੈਸੇ ਵੀ ਇਹਦੇ ਜੇ ਫਾਇਦੇ ਗਿਣਨ ਲੱਗ ਜਾਓ ਨਾ, ਮੈਨੂੰ ਲੱਗਦਾ 20 ਕੁ ਮਿੰਟ ਮੈਨੂੰ ਚਾਹੀਦੇ ਨੇ ਘੱਟੋ ਘੱਟ ਬੂਟਿਆਂ ਦੇ ਜਿਹੜੀਆਂ ਚੀਜ਼ਾਂ ਨੇ ਕਿ ਧਰਤੀ ਨੂੰ ਕਿਵੇਂ ਬਚਾਉਂਦੇ ਨੇ, ਬੰਦੇ ਨੂੰ ਕਿਵੇਂ ਬਚਾਉਂਦੇ ਨੇ। ਉਸ ਤੋਂ ਬਾਅਦ ਫਿਰ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ, ਹੈ ਨਾ। ਇਸ ਗੱਲ 'ਤੇ ਜੇ ਉਤਰੋਗੇ ਤੁਸੀਂ ਤੇ ਸਵਾਸ 'ਤੇ ਰਲ ਗਏ ਹਵਾ 'ਚ, ਤੇ ਫਿਰ ਸਰੀਰ ਜਿਹੜਾ ਉਹ ਕਿੰਨੇ ਸਾਂਭਣਾ? ਉਹ ਵੀ ਰੁੱਖ ਹੀ ਸੰਭਾਲਦੇ ਨੇ ਨਾ। ਸੋ ਜੇ ਰੁੱਖ ਨਾ ਹੋਣ ਤੇ ਸਾਡੀ ਇਹ ਸਰੀਰ ਜਿਹੜਾ ਇਹਦਾ ਕੀ ਬਣੇ? ਇੱਥੇ ਤੱਕ ਰੁੱਖ ਸਾਡੇ ਨਾਲ ਨਿਭਾਉਂਦੇ ਨੇ। ਇਹ ਸਾਡੀ ਧਰੋਹਰ ਹੈ, ਇਹ ਸਾਡੀ ਧਿਰ ਨੇ ਰੁੱਖ। ਇਹਨਾਂ ਨੂੰ ਮਨੁੱਖਾਂ ਨਾਲੋਂ ਵੀ, ਰੁੱਖ ਤੇ ਮਨੁੱਖ ਦਾ ਇੰਨਾ ਗਹਿਰਾ ਰਿਸ਼ਤਾ ਹੈ ਕਿ ਮਨੁੱਖ ਨਾਲੋਂ ਵੀ ਜ਼ਿਆਦਾ ਧਿਆਨ ਮੰਗਦੇ ਨੇ। ਸਿਰਫ ਇਹ ਸੰਤਾਂ ਮਹਾਂਪੁਰਸ਼ਾਂ ਨੂੰ ਸੇਵਾ ਕਰਨੀ ਗਿੱਝੇ ਨੇ, ਇਹਨਾਂ ਦੀ ਮੰਗ ਕੋਈ ਨਹੀਂ ਗੀ। ਇੱਧਰ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਰੁੱਖ ਦਾ ਕੋਈ ਖਰਚ ਨਹੀਂ ਹੈਗਾ। ਧਰਤੀ ਜਿਹੜੀ ਉਹ ਇੰਨੀ ਅਮੀਰ ਹੈ ਕਿ ਜਿੱਥੇ ਵੀ ਰੁੱਖ ਲਾ ਦਿਓਗੇ ਉੱਗ ਪੈਂਦਾ। ਬਟ ਬਦਕਿਸਮਤੀ ਇਹ ਆ ਕਿ ਅਸੀਂ ਰੁੱਖਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈਗੇ, ਸੈਂਸਿਟਿਵ ਨਹੀਂ ਅਸੀਂ ਲੋਕ ਹੈਗੇ। ਅਸੀਂ ਲੰਘ ਜਾਂਦੇ ਹਾਂ ਚੁੱਪ ਕਰਕੇ, ਰੁੱਖ ਸੜਦਾ ਏ, ਰੁੱਖ ਸੁੱਕਿਆ ਏ, ਰੁੱਖ ਮਿੱਧਿਆ ਗਿਆ ਏ, ਕਿਸੇ ਡੰਗਰ ਦੇ ਪੈਰ ਥੱਲੇ ਆ ਗਿਆ, ਕਿ ਗੱਡੀ ਥੱਲੇ ਆ ਗਿਆ, ਕੋਈ ਵਾਸਤਾ ਨਹੀਂ। ਬੰਦਾ ਜਦੋਂ ਆਪ ਇਹੋ ਜਿਹੇ ਕਸ਼ਟ 'ਚ ਹੁੰਦਾ, ਉਹ ਕਿੰਨੀਆਂ ਚੀਕਾਂ ਮਾਰਦਾ। ਜੇ ਇੱਦਾਂ ਦੀ ਸਾਡੇ ਵਿੱਚ ਕਿਤੇ ਚੇਤਨਾ ਆ ਜੇ ਕਿ ਲੱਗੇ ਹੋਏ ਰੁੱਖਾਂ ਨੂੰ ਅਸੀਂ ਪਿਆਰ ਨਾਲ ਸੰਭਾਲ ਸਕੀਏ, ਅਸੀਂ ਸਿਰਫ ਪਿਆਰ ਨਾਲ ਹੀ ਇਹਨਾਂ ਨੂੰ ਸੰਭਾਲਣਾ, ਵੇਖਣਾ, ਬਾਕੀ ਤਾਂ ਸਾਰਾ ਕੁਝ ਧਰਤੀ ਨੇ ਆਪ ਹੀ ਕਰੀ ਜਾਣਾ। ਮੀਂਹ ਵੀ ਉਹ ਵਸਾਈ ਜਾਂਦਾ ਤੇ ਖੁਰਾਕ ਵੀ ਸਾਰੀ ਇਹ ਧਰਤੀ ਦੇਈ ਜਾਂਦੀ ਹੈ। ਸੋ ਰੁੱਖ ਜਿਹੜੇ ਨੇ ਪੂਜਣਯੋਗ ਨੇ। ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿ ਆਪਾਂ ਨਡਾਲੇ ਦੀ ਗੱਲ ਕਰਦੇ ਹਾਂ। ਨਡਾਲੇ ਦੇ ਵਿੱਚ ਹੁਣ ਜਿਵੇਂ ਸੰਧਰੀ ਲੇਡੀਜ਼ ਕਲੱਬ ਸਰਗਰਮ ਹੈਗਾ, ਫੁਲਵਾੜੀ ਸੇਵਾਦਾਰ ਸਰਗਰਮ ਹੈਗੇ ਆ। ਇਸੇ ਤਰੀਕੇ ਜਿਵੇਂ ਤੁਸੀਂ ਗੱਲ ਵੀ ਕੀਤੀ ਹੈਗੀ, ਪੜ੍ਹਾਈ, ਦਵਾਈ ਤੇ ਸਫਾਈ, ਇਹ ਤਿੰਨ ਚੀਜ਼ਾਂ ਦੇ ਉੱਤੇ ਜਿਵੇਂ ਏਕਨੂਰ ਸੁਸਾਇਟੀ ਦੀ ਗੱਲ ਕਰ ਲਈ, ਹੋਰ ਵੀ ਕਾਫੀ ਜਿਹੜੀਆਂ NGO ਆ, ਸੁਸਾਇਟੀਆਂ ਹੈਗੀਆਂ ਜਿਹੜੀਆਂ ਨਡਾਲੇ ਦੀ ਨੁਹਾਰ ਨੂੰ ਚੇਂਜ ਕਰਨ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਦੇ ਰਹੀਆਂ। ਇਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਭਵਿੱਖ ਕੀ ਦੇਖ ਰਹੇ ਹੋ ਨਡਾਲੇ ਦਾ, ਕਿ ਨਡਾਲੇ ਦਾ ਭਵਿੱਖ ਕਿਵੇਂ ਦਾ ਹੋਵੇਗਾ? ਮੈਨੂੰ ਐਂ ਲੱਗਦਾ, ਉਹ ਕਹਿੰਦੇ ਦੇਰ ਆਏ ਦਰੁਸਤ ਆਏ। ਭਾਵੇਂ ਕਿ ਬਾਹਰਲੇ ਪਿੰਡਾਂ 'ਚ ਬਹੁਤ ਕਮਾਲ ਦੇ ਕੰਮ ਹੋਏ ਨੇ, ਉਹ ਦੂਸਰਿਆਂ ਲਈ ਰਹਿਨੁਮਾ ਵੀ ਬਣੇ ਨੇ, ਉਦਾਹਰਨ ਵੀ ਬਣੇ ਨੇ। ਜਿਵੇਂ ਚੱਕਰ ਪਿੰਡ ਦੀ ਅਸੀਂ ਗੱਲ ਕਰਨੇ, ਕਈ ਸਾਲ ਪਹਿਲਾਂ ਉੱਥੇ ਜਿਨ੍ਹਾਂ ਨੇ ਪਿੰਡ ਸਵਾਰਿਆ ਸੀ, ਉਹ ਇਕੱਲਾ ਹੀ ਬੰਦਾ ਸੀ, ਅਜਮੇਰ ਸਿੱਧੂ ਹੈ ਮੇਰਾ ਖਿਆਲ ਹੈ ਕਿ ਸੰਧੂ। ਅਸੀਂ ਮਿਲੇ ਸਕੂਲੋਂ, ਕੋਈ ਬੱਚਿਆਂ ਨੂੰ ਵੀ ਲੈ ਕੇ ਗਏ, ਤੇ ਉਹਨਾਂ ਨਾਲ ਜਦੋਂ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ, ਅਸੀਂ ਪੁੱਛਿਆ ਉਹਨਾਂ ਨੂੰ ਵੀ ਕਈ ਸਵਾਲ, ਤੇ ਉਹ ਕਹਿੰਦੇ ਮੇਰੇ ਡੈਡੀ ਨੇ ਕਿਹਾ ਸੀ ਵੀ ਪੁੱਤਰ, ਜਿਹੜੇ ਮੇਰੇ ਪੈਸੇ ਬਚ ਜਾਣਗੇ ਮੇਰੇ ਮਰਨ ਤੋਂ ਬਾਅਦ, ਜੇ ਪਿੰਡ 'ਤੇ ਲਾ ਦਿਓਗੇ ਤਾਂ ਸਫਲ ਹੋ ਜਾਏਗਾ। ਤਾਂ ਉਹ ਕਹਿੰਦੇ ਉਹ ਹੀ ਨਹੀਂ ਪੈਸੇ ਮੁੱਕੇ। ਸੋ ਇੱਕ ਇਰਾਦੇ ਦੀ ਕਮੀ ਹੁੰਦੀ ਹੈ, ਪੈਸਿਆਂ ਦੀ ਕਮੀ ਨਹੀਂ ਹੁੰਦੀ। ਨਡਾਲੇ 'ਚ ਇਸ ਵੇਲੇ ਜਿਵੇਂ ਕਲੱਬ, ਸਾਰੇ ਸੰਸਥਾਵਾਂ, ਤੇ ਮੈਂ ਸੋਚਣੀ ਸਿਰਫ ਜਿਹੜੇ ਗਰੁੱਪਾਂ ਦੇ ਨਾਂ ਰੱਖੇ ਹੀ ਨਹੀਂ ਕੰਮ ਕਰ ਰਹੇ, ਸਾਰੇ ਲੋਕ ਕੰਮ ਕਰ ਰਹੇ ਨੇ। ਇੱਕ ਸੋਚ ਬਦਲ ਰਹੀ ਹੈ।
ਅਸੀਂ ਜਿਹੜੀ ਮੈਂ ਇੱਕ ਬੜੀ ਕਮਾਲ ਦੀ ਗੱਲ ਦੱਸਣਾ ਚਾਹਨੀ, ਜਿਹਦੇ ਨਾਲ ਮੈਨੂੰ ਲੱਗਦਾ ਸਾਰਿਆਂ ਨੂੰ ਇਹ ਗੱਲ ਕਲੀਅਰ ਹੋ ਜਾਏਗੀ। ਬੈਠੀਆਂ ਵਾ ਅਸੀਂ ਝਾੜੂ ਲੈ ਕੇ ਗਈਆਂ ਸੀ ਜਾਂ ਪੈਸੇ ਲਾਏ, ਉਹ ਹੀ ਨਹੀਂ, ਹਰ ਬੰਦਾ ਲੰਘਦਾ ਤੁਹਾਡੇ ਬਾਰੇ ਚੰਗਾ ਸੋਚ ਰਿਹਾ। ਸਭ ਤੋਂ ਵੱਡੀ ਤੇ ਕੋਆਪਰੇਸ਼ਨ ਮਦਦ ਇਹ ਹੁੰਦੀ ਹੈ। ਕੋਈ ਫੁੱਲ ਤੋੜ ਰਹੀ ਸੀ ਲੇਡੀ ਇੱਕ ਦਿਨ, ਤੇ ਮੈਂ ਉਹਨੂੰ ਕਿਹਾ ਤੂੰ ਫੁੱਲ ਕਿਉਂ ਤੋੜੇ ਨੇ ਸੜਕ ਤੇ? ਉਹ ਕਹਿੰਦੀ ਮੈਂ ਮੱਥਾ ਟੇਕਣ ਜਾਣਾ। ਤੇ ਮੈਂ ਕਿਹਾ ਜਿੱਥੇ ਟੇਕਣਾ ਉਹ ਤੇ ਰੁੱਸ ਗਿਆ ਤੇਰੇ ਨਾਲ, ਇਹ ਤੂੰ ਫੁੱਲ ਇੱਥੇ ਲੱਗੇ ਰਹਿਣ ਦੇਣੇ ਸੀ, ਮੱਥਾ ਇੱਥੇ ਟੇਕਦੀ। ਤੇ ਉਹਨੇ ਹੱਥ ਜੋੜ ਕੇ ਕਿਹਾ ਗਲਤੀ ਹੋ ਗਈ ਭੈਣ ਜੀ, ਅੱਗੇ ਤੋਂ ਨਹੀਂ ਕਰਦੀ। ਇਦੋਂ ਵੱਡਾ ਸਹਿਯੋਗ ਹੋਰ ਕੀ ਤੁਸੀਂ ਕਹੋਗੇ। ਸੋ ਸਾਰਾ ਨਡਾਲਾ ਜਿਹੜਾ ਮੈਨੂੰ ਐਂ ਲੱਗਦਾ ਕਿ ਸਿਆਸਤ ਨੂੰ ਛੱਡ ਦੀਏ ਤੇ ਇੱਕ ਹੋਇਆ ਪਿਆ। ਸੇਵਾ ਦੇ ਵਿੱਚ ਆਉਣ ਵਾਲਾ ਭਵਿੱਖ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ, ਜਿਹਨੂੰ ਸੁਨਹਿਰੀ ਕਹਿੰਦੇ ਨੇ। ਕਿ ਹੌਲੀ ਹੌਲੀ ਇਹ ਛੋਟੇ ਬੱਚੇ ਨੇ, ਤੁਸੀਂ ਦੇਖਦੇ ਹੋਵੋਗੇ ਆਉਂਦੇ ਜਾਂਦੇ ਛੋਟੇ ਬੱਚੇ ਨੇ, ਤੇ ਉਹ ਇੰਨੇ ਚਾਅ ਨਾਲ ਇੱਥੇ ਕੰਮ ਕਰ ਰਹੇ ਨੇ। ਅਜੇ ਉਹਨਾਂ ਦੀ ਉਮਰ ਵੀ ਨਹੀਂ ਕਈਆਂ ਫੜਨ ਦੀ, ਕਈਆਂ ਲੈ ਕੇ ਲੱਗੇ ਨੇ। ਨਿੱਕੇ ਬੱਚੇ ਨੇ ਜਿਹੜੇ ਅਜੇ ਮਾਵਾਂ ਨਹਾਉਂਦੀਆਂ ਹੋਣਗੀਆਂ, ਇੱਥੇ ਬੂਟਿਆਂ ਨੂੰ ਪਾਣੀ ਲਾਉਂਦੇ ਨੇ। ਇਸ ਕਰਕੇ ਇਹਦਾ ਭਵਿੱਖ ਜਿਹੜਾ ਹੈ ਬਹੁਤ ਹੀ ਸੋਹਣਾ ਮੈਨੂੰ ਨਜ਼ਰ ਆ ਰਿਹਾ। ਤੇ ਪਤਾ ਨਹੀਂ ਅਸੀਂ ਉੱਥੇ ਤੱਕ ਪਹੁੰਚ ਸਕੀਏ ਕਿ ਨਹੀਂ। ਇਹ ਨਡਾਲਾ ਇੱਕ ਦਿਨ ਲੋਕ ਵੇਖਣ ਆਉਣਗੇ, ਇਹ ਬਹੁਤ ਖੂਬ ਹੋਏਗਾ। ਬਿਲਕੁਲ। ਤੇ ਮੈਂ ਇੱਕ ਆਖਰੀ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਵੇਂ ਆਪਾਂ ਦੇਖਦੇ ਵੀ ਹੁਣ ਬੱਚੇ ਵੀ ਆ ਰਹੇ ਆ, ਬਜ਼ੁਰਗ ਵੀ ਆ ਰਹੇ ਆ, ਜਿਵੇਂ ਇੱਕ ਪਰਿਵਾਰ ਦੀਆਂ 3 ਪੀੜ੍ਹੀਆਂ ਕੰਮ ਕਰਦੀਆਂ ਪਈਆਂ ਇੱਥੇ, ਦਾਦਾ ਵੀ ਆ, ਪੁੱਤ ਵੀ ਆ ਤੇ ਪੋਤਾ ਵੀ ਹੈਗਾ। ਤੇ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਯੂਥ ਨੇ ਬਾਗਡੋਰ ਸੰਭਾਲਣੀ ਹੁੰਦੀ ਆ, ਕਿਉਂਕਿ ਅਸਲ 'ਚ ਉਹੀ ਦੇਸ਼ ਤਰੱਕੀ ਕਰਦੇ ਜਿਹਨਾਂ ਦਾ ਯੂਥ ਨਾਲ ਹੈਗਾ। ਬਜ਼ੁਰਗਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਯੂਥ ਦੀ એનર્ਜੀ ਹੋਣੀ ਚਾਹੀਦੀ ਹੈ, ਤੇ ਗਾਂ ਉਹਨਾਂ ਨੇ ਬਾਗਡੋਰ ਸੰਭਾਲਣੀ ਹੈ। ਤੇ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਇਸ ਮੁਹਿੰਮ ਦੇ ਵਿੱਚ ਕਿਵੇਂ ਵੱਧ ਚੜ੍ਹ ਕੇ ਹਿੱਸਾ ਪਾ ਸਕਦੇ ਆ? ਮੈਨੂੰ ਐਂ ਲੱਗਦਾ ਕਿ ਯੂਥ ਨੂੰ ਇੱਕ ਮਾਹੌਲ ਮਿਲਣਾ ਚਾਹੀਦਾ। ਕੋਈ ਕਮੀ ਨਹੀਂ ਹੈਗੀ ਉਹਨਾਂ 'ਚ। ਜਿਵੇਂ ਉਹੀ ਬੋਲਿਆ ਰੱਬ ਦਾ ਕਿ ਪਾਣਾ ਇੱਧਰੋਂ ਪੁੱਟਣਾ ਇੱਧਰ ਲਾਣਾ, ਇੱਕ ਜਿਹੜੀ ਘਰਦਿਆਂ ਦੀ ਬਹੁਤ ਵੱਡੀ ਮੈਂ ਜ਼ਿੰਮੇਵਾਰੀ ਸਮਝਦੀ ਆ। ਬੱਚੇ ਸੇਵਾ ਕਰ ਰਹੇ ਨੇ, ਕਿੱਥੇ ਨਸ਼ਿਆਂ ਦਾ ਖਤਰਾ, ਕਿੱਥੇ ਬੇਰੁਜ਼ਗਾਰੀ, ਕੁਛ ਨਹੀਂ, ਸਾਰਾ ਬੰਦਾ ਕਰ ਸਕਦਾ ਹੈ। ਸਿਰਫ ਹਾਲਾਤ ਪੈਦਾ ਕਰਨ ਦੀ ਲੋੜ ਹੁੰਦੀ ਹੈ। ਇੱਥੇ ਸਾਨੂੰ ਵੱਡੀ ਤਸੱਲੀ ਅਸੀਂ ਤੇ ਨਿਭਾਤੀ। ਹੁਣ ਜਿਵੇਂ ਮੇਰੀ ਉਮਰ ਹੈ ਇਸ ਵੇਲੇ, ਪਤਾ ਨਹੀਂ ਕਿੰਨੀ ਕੁ ਵਾਹਿਗੁਰੂ ਸੇਵਾ ਦਿੰਦਾ, ਪਰ ਆਉਣ ਵਾਲੇ ਲੰਬੇ ਟਾਈਮ ਤੱਕ ਇਹ ਸੇਵਾ ਚੱਲਦੀ ਰਹੇਗੀ, ਬਹੁਤ ਹੀ ਮਜ਼ਬੂਤੀ ਨਾਲ ਚੱਲਦੀ ਰਹੇਗੀ। ਇਹ ਛੋਟੇ ਬੱਚੇ ਜਿਹੜੇ ਨੇ ਅਜੇ ਤਾਂ ਇਹਨਾਂ ਦਾ ਬਚਪਨ ਹੀ ਖੇਡ ਰਹੇ ਨੇ, ਤਾਂ ਇਸ ਪਾਸੇ ਲੱਗ ਗਏ ਨੇ। ਸੋ ਇੱਕ ਵੱਡੀ ਤਸੱਲੀ ਵਾਲੀ ਗੱਲ ਹੈ। ਯੂਥ ਵਿੱਚ ਵੀ ਮੈਂ ਇੱਕ ਵੱਡਾ ਬਦਲਾਅ ਦੇਖ ਰਹੀ ਹਾਂ ਕਿ ਇਹਨਾਂ ਨੂੰ ਮੰਡੀਰ ਵੀ ਅਸੀਂ ਕੋਈ ਬਣਾਇਆ ਸੀ। ਜਦੋਂ ਕਹਿੰਦੇ ਆ ਮੰਡੀਰ ਉੱਥੇ ਕੀ ਕਰਦੀ ਆ, ਮੰਡੀਰ ਨਾਂ ਪੈ ਗਿਆ। ਇਹ ਤੇ ਹੀਰੇ ਨੇ, ਇਹਨਾਂ ਦੀ ਸਿਰਫ ਤਰਾਸ਼ਨਾ ਨਹੀਂ ਹੋਈ, ਇਹਨਾਂ ਹੀਰਿਆਂ ਨੂੰ ਕਿਸੇ ਨੇ ਸੰਭਾਲਿਆ ਨਹੀਂ ਤੇ ਮੰਡੀਰ ਬਣ ਗਈ। ਹੁਣ ਇਹਨਾਂ ਨੂੰ ਸੰਭਾਲਣ ਵੱਲ ਜਿਵੇਂ ਤੁਰ ਪਏ ਨੇ। ਹੁਣ ਜਿਹੜਾ ਦਿੱਲੀ ਮੋਰਚਾ ਲੱਗਾ ਹੈ ਉੱਥੇ ਇਹੀ ਨੇ ਨਾ ਸਾਰੇ। ਤੁਸੀਂ ਕਿਤੇ ਗਾਲ ਨਹੀਂ ਉੱਥੇ ਸੁਣਦੇ, ਮੈਂ ਆਪ ਵੀ ਜਾ ਕੇ ਆਈ ਹਾਂ ਉੱਥੇ ਕਿਵੇਂ ਚੱਲ ਰਿਹਾ ਇੱਕ ਵਰਤਾਰਾ ਹੈ ਕੁਦਰਤ ਦਾ। ਸੋ ਇਸ ਵੇਲੇ ਯੂਥ ਜਿਹੜਾ ਹੈ ਨਡਾਲੇ ਦੇ ਵਿੱਚ ਵੀ ਤੁਸੀਂ ਦੇਖੋਗੇ ਬੜੇ ਚੰਗੇ ਪਾਸੇ ਲੱਗੇ ਨੇ। ਸੋ ਵੱਡਾ ਮਾਣ ਹੈ ਮੈਨੂੰ ਇਸ ਗੱਲ ਦਾ, ਇੱਕ ਬੜੀ ਤਸੱਲੀ ਹੈ, ਯਕੀਨ ਹੈ ਕਿ ਹੌਲੀ ਹੌਲੀ ਹੋਰ ਵੀ ਲੋਕ ਇੱਧਰ ਨੂੰ ਆਉਣਗੇ ਤੇ ਉਹ ਸਹੀ ਰਾਹ 'ਤੇ ਵੀ ਹੋਣਗੇ, ਸਗੋਂ ਦੂਸਰਿਆਂ ਦੇ ਰਾਹ ਦਸੇਰੇ ਵੀ ਜ਼ਰੂਰ ਬਣਨਗੇ। ਸੋ ਵਾਹਿਗੁਰੂ ਕਿਰਪਾ ਕਰੇ ਨੌਜਵਾਨਾਂ 'ਤੇ ਵੀ, ਉਹਨਾਂ ਨੇ ਆਉਣ ਵਾਲੇ ਬੱਚਿਆਂ ਦੇ ਰਾਹ ਦਸੇਰੇ ਬਣਨਾ। ਮੈਨੂੰ ਐਂ ਲੱਗਦਾ ਸਾਨੂੰ ਵੇਖ ਕੇ ਇੱਧਰ ਜਦੋਂ ਆਏ ਨਾ, ਜਿਵੇਂ ਸਰਬੱਤ ਸਿੰਘ ਹੁਰੀ ਲੱਗੇ ਨੇ, ਇਹ ਫਲਵਾੜੀ ਇੱਕ ਵੱਡੀ ਟੀਮ ਬਣ ਗਈ, 25-30 ਮੈਂਬਰ ਨੇ, 3-4 ਥਾਵਾਂ 'ਤੇ ਕੰਮ ਕਰਦੇ ਨੇ ਪਏ। ਸੋ ਇਹਨਾਂ ਨੂੰ ਵੇਖ ਕੇ ਦੂਸਰਿਆਂ ਨੇ ਕੰਮ ਕੀਤਾ ਤੇ ਸਾਨੂੰ ਇਹਨਾਂ ਤੋਂ ਸ਼ਾਇਦ ਕਈ ਵਾਰੀ ਹੈ ਨਾ, ਚਾਈਲਡ ਇਜ਼ ਦਾ ਫਾਦਰ ਆਫ ਮੈਨ ਕਹਿੰਦੇ ਨੇ। ਇਹਨਾਂ ਨੂੰ ਵੇਖ ਕੇ ਨਡਾਲੇ ਦੀ ਫਿਜ਼ਾ ਬਦਲ ਗਈ ਹੈ। ਜਦੋਂ ਉੱਥੋਂ ਦੀ ਲੰਘਦੇ ਨੇ ਹੁਣ ਠੇਕੇ ਦੇ ਸਾਹਮਣੇ ਹਰ ਕੋਈ ਖਲੋ ਕੇ ਤੇ ਕਮੈਂਟ ਦੇ ਕੇ ਜਾਂਦਾ। ਜਦੋਂ ਇੱਥੇ ਸਰਕਾਰੀ ਸਕੂਲ ਤੁਸੀਂ ਆਪ ਹੀ ਵੇਖਿਆ, ਰੂੜੀਆਂ ਤੇ ਗੰਦ ਦੇ ਢੇਰ ਲੱਗੇ ਸੀ, ਸ਼ਮਸ਼ਾਨ ਘਾਟ ਵਿੱਚ ਗੰਦ ਦੇ ਢੇਰ ਲੱਗੇ, ਇੱਥੇ ਲੱਗੇ ਸੀ। ਤੇ ਸਾਰਾ ਕੁਝ ਜੇ ਚੇਂਜ ਹੋ ਗਿਆ ਤੇ ਇਹ ਸਿਰਫ ਇੱਕ ਬੰਦੇ ਕਰਕੇ ਨਹੀਂ ਗੇ, ਇਹ ਸਿਰਫ ਯੂਥ ਕਰਕੇ ਆ। ਸੋ ਇੱਕ ਵੱਡੀ ਤਸੱਲੀ ਵਾਲੀ ਗੱਲ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਬੜੀ ਚੰਗੀ ਤਰ੍ਹਾਂ ਚੁੱਕ ਲੈਣਗੇ ਤੇ ਨਿਭਾ ਲੈਣਗੇ। ਦੇਖੋ ਜੀ, ਇਹ ਸਰ ਜੀ ਮੈਡਮ ਸਵਰਨ ਕੌਰ ਜੀ, ਸੰਧਲੀ ਲੇਡੀਜ਼ ਕਲੱਬ, ਤੇ ਇਹਨਾਂ ਨੇ ਬਹੁਤ ਵਧੀਆ ਜਿਹੜਾ ਐਂਡ ਤੇ ਗੱਲ ਤੁਹਾਨੂੰ ਕਹੀਏ ਕਿ ਯੂਥ ਨੂੰ ਦਰਕਾਰਾਂ ਨਾਲ ਉਹਨਾਂ ਨੂੰ ਗਲਵੱਕੜੀ 'ਚ ਲੈਣਾ ਜ਼ਰੂਰੀ ਹੁੰਦਾ ਹੈ। ਜੇ ਗਲਵੱਕੜੀ 'ਚ ਲਵਾਂਗੇ ਤੇ ਇਹੀ ਯੂਥ ਆਉਣ ਵਾਲੇ ਸਮੇਂ ਦੇ ਵਿੱਚ ਰੋਲ ਮਾਡਲ ਬਣ ਜਾਣਾ ਹੈ। ਤੇ ਅਸੀਂ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈਗਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ। ਅਸੀਂ ਧੰਨਵਾਦ ਕਰਦੇ ਹਾਂ ਪੂਰੀ ਫਲਵਾੜੀ ਟੀਮ ਦਾ, ਸੰਧਲੀ ਲੇਡੀਜ਼ ਕਲੱਬ ਦਾ, ਤੇ ਹੋਰ ਵੀ ਜਿੰਨੀਆਂ NGO ਜਾਂ ਸੁਸਾਇਟੀਆਂ ਜਿਹੜੀਆਂ ਨਡਾਲੇ ਦੀ ਨੁਹਾਰ ਨੂੰ ਚੇਂਜ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ। ਅਸੀਂ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਸਾਰੇ ਹੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ, ਤਨ ਮਨ ਧਨ ਕਿਸੇ ਤਰ੍ਹਾਂ ਵੀ ਤੁਸੀਂ ਜਿਹੜਾ ਹੈ ਸਹਿਯੋਗ ਕਰ ਸਕਦੇ ਆ ਆਪਣੀ ਪਿੰਡ ਦੀ ਨੁਹਾਰ ਨੂੰ ਚੇਂਜ ਕਰਨ ਦੇ ਵਿੱਚ। ਸਰਕਾਰੀ ਹਸਪਤਾਲ ਦੇ ਵਿੱਚ ਕੰਮ ਚੱਲ ਰਿਹਾ, ਫੁਲਵਾੜੀ ਦਾ ਕੰਮ ਚੱਲ ਰਿਹਾ, ਇੱਥੇ ਭਰਤੀ ਵੀ ਪੈਣੀ ਹੈਗੀ ਆ, ਸੀਟਿੰਗ ਦਾ ਪ੍ਰਬੰਧ ਵੀ ਕੀਤਾ ਜਾਣਾ ਹੈ।
ਕੋਈ ਵੀ ਵੀਰ ਕਿਸੇ ਤਰੀਕੇ ਦਾ ਵੀ ਸਹਿਯੋਗ ਦੇਣਾ ਚਾਹੁੰਦਾ ਹੈਗਾ ਉਹ ਸੰਧਲੀ ਲੇਡੀਜ਼ ਕਲੱਬ ਦੇ ਨਾਲ ਵੀ ਸੰਪਰਕ ਕਰ ਸਕਦਾ ਹੈਗਾ। ਤੇ ਇੰਨੀਆਂ ਬੇਨਤੀਆਂ ਕਰਕੇ ਇਸ ਵੀਡੀਓ ਨੂੰ ਜਿਹੜਾ ਹੈਗਾ ਤੁਸੀਂ ਜ਼ਰੂਰ ਸ਼ੇਅਰ ਵੀ ਕਰਨਾ, ਲੋਕਾਂ ਤੱਕ ਪਹੁੰਚਾਉਣਾ, ਤਾਂ ਜੋ ਹੋਰਾਂ ਪਿੰਡਾਂ ਦੇ ਵਿੱਚ ਵੀ ਇਹ ਸੇਧ ਜਾਵੇ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਵਾਤਾਵਰਨ ਨੂੰ ਸੁਧਾਰਨਾ ਹੈਗਾ। ਕਿਉਂਕਿ ਅੱਜ ਜੇ ਆਪਾਂ ਕੋਵਿਡ-19 ਦੀ ਗੱਲ ਕਰਦੇ ਹੈਗੇ ਹਾਂ, ਕਿੱਦਾਂ ਦੀ ਮੁਹਿੰਮ ਚੱਲਦੀ ਪਈ ਕਿ ਆਕਸੀਜਨ ਦੀ ਘਾਟ ਕਰਕੇ ਕਈਆਂ ਦੇ ਘਰਾਂ ਦਾ ਚਿਰਾਗ ਬੁਝ ਗਿਆ। ਉਹ ਕਾਰਨ ਕਿ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ, ਹਰੇਕ ਪਾਸੇ ਜਿਹੜਾ ਹੈਗਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਨਸਾਨ ਨੇ ਕੁਦਰਤ ਨੂੰ ਉਜਾੜਿਆ ਬਹੁਤ ਆ, ਸਵਾਰਿਆ ਨਹੀਂ। ਆਪਾਂ ਨੂੰ ਕੁਦਰਤ ਨੂੰ ਸਵਾਰਨਾ ਵੀ ਚਾਹੀਦਾ ਆ। ਇਹ ਮੈਸੇਜ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।